हाँ जी। ਹੈਡਿੰਗ ਲਿਖ ਲਓ ਬੌਂਡਿੰਗ ਇਨ ਮੈਟਲ ਕਾਰਬੋਨਾਈਲਸ। ਹੁਣ ਜਿਹੜਾ ਕਾਰਬੋਨਾਈਲ ਲਿਗੈਂਡ ਹੈ ਨਾ, ਕਾਰਬੋਨਾਈਲ ਕਿਹੜਾ ਸੀਗਾ CO, ਕਾਰਬਨ ਮੋਨੋਕਸਾਈਡ ਬੋਲ ਲਓ ਇੱਕ ਤਰ੍ਹਾਂ ਦਾ। ਜਿਹੜਾ ਕਾਰਬੋਨਾਈਲ ਲਿਗੈਂਡ ਹੈ ਉਹ ਮੈਟਲ ਦੇ ਨਾਲ ਹੁੰਦੀ ਤਾਂ ਉਹਦੀ ਵੀ ਕੋਆਰਡੀਨੇਟ ਬੌਂਡ ਹੀ ਹੈ। ਕਾਰਬੋਨਾਈਲ ਵਾਲੇ ਕਾਰਬਨ ਦਾ ਆਕਸੀਜਨ, ਕਾਰਬਨ ਦਾ ਲੋਨ ਪੇਅਰ ਮੈਟਲ ਨੂੰ ਡੋਨੇਟ ਕਰਦਾ ਹੈ, ਤਾਂ ਕਾਰਬੋਨਾਈਲ ਹੋ ਗਿਆ ਲਿਗੈਂਡ ਯਾਨੀ ਕਿ ਡੋਨਰ, ਮੈਟਲ ਹੋ ਗਿਆ ਅਸੈਪਟਰ। ਤਾਂ ਨਾਰਮਲ ਉਹਦੀ ਕੋਆਰਡੀਨੇਸ਼ਨ ਬੌਂਡ ਇਸੇ ਤਰ੍ਹਾਂ ਨਾਲ ਬਣਦੀ ਹੈ। ਪਰ ਉਹਦੇ ਅੰਦਰ ਇੱਕ ਥੋੜਾ ਜਿਹਾ ਸਪੈਸ਼ਲ ਕੇਸ ਹੁੰਦਾ ਹੈ। ਉਹਦੇ ਅੰਦਰ ਕੀ ਹੁੰਦਾ ਹੈ ਕਿ ਮੈਟਲ ਵੀ ਵਾਪਸ ਆਪਣੀ, ਦੇਖੋ ਮੈਟਲ ਦੇ ਕੋਲ ਵੀ ਲੋਨ ਪੇਅਰ ਪਏ ਨੇ, ਮੈਟਲ ਦੇ ਕੋਲ ਖਾਲੀ ਆਰਬਿਟਲ ਵੀ ਨੇ, ਲੋਨ ਪੇਅਰ ਵੀ ਨੇ। ਤਾਂ ਕਾਰਬੋਨਾਈਲ ਵਾਲਾ ਕਾਰਬਨ ਮੈਟਲ ਨੂੰ ਲੋਨ ਪੇਅਰ ਡੋਨੇਟ ਕਰਦਾ ਹੈ, ਔਰ ਮੈਟਲ ਆਪਣੀ ਲੋਨ ਪੇਅਰ ਕਾਰਬੋਨਾਈਲ ਵਾਲੇ ਕਾਰਬਨ ਨੂੰ ਡੋਨੇਟ ਕਰਦਾ ਹੈ। ਇਦਾਂ ਦੀ ਚੀਜ਼ ਨੂੰ ਬੈਕ ਬੌਂਡਿੰਗ ਬੋਲਦੇ ਨੇ। ਬੈਕ ਬੌਂਡਿੰਗ ਕਿਵੇਂ ਹੈ ਕਿ ਪਹਿਲਾਂ ਇੱਕ ਨੇ ਆਪਣੀ ਲੋਨ ਪੇਅਰ ਡੋਨੇਟ ਕੀਤੀ, ਫਿਰ ਦੂਸਰੇ ਕੋਲ ਵੀ ਲੋਨ ਪੇਅਰ ਸੀਗੀ, ਉਹਨੇ ਆਪਣੇ ਵਾਲੀ ਲੋਨ ਪੇਅਰ ਇੱਧਰ ਡੋਨੇਟ ਕਰਤੀ। ਤਾਂ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲਓ ਕਿ ਡਬਲ ਬੌਂਡ ਬਣ ਜਾਂਦੀ ਹੈ। ਠੀਕ ਹੈ ਨਾ। ਔਰ ਸਪੈਸ਼ਲ ਟਾਈਪ ਦੀ ਜਿਹੜੀ ਬੌਂਡਿੰਗ ਹੁੰਦੀ ਹੈ ਇਹਨੂੰ ਸਿਨਰਜਿਕ ਬੌਂਡ ਬੋਲਦੇ ਨੇ। ਤਾਂ ਮੈਟਲ ਕਾਰਬੋਨਾਈਲ ਦੇ ਅੰਦਰ ਆਪਾਂ ਨੂੰ ਸਿਰਫ ਇਹਦਾ ਕਨਸੈਪਟ ਪਤਾ ਹੋਣਾ ਚਾਹੀਦਾ ਹੈ, ਇਹਦੇ ਅੰਦਰ ਕੋਈ ਬਹੁਤ ਜ਼ਿਆਦਾ ਡੀਟੇਲਸ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਤਾਂ ਮੈਟਲ ਕਾਰਬੋਨਾਈਲ ਦੇ ਅੰਦਰ ਇੱਕ ਬਿਲਕੁਲ ਸਪੈਸ਼ਲ ਟਾਈਪ ਦੀ ਬੌਂਡ ਹੁੰਦੀ ਹੈ ਜਿਹਨੂੰ ਸਿਨਰਜਿਕ ਬੌਂਡ ਬੋਲਦੇ ਨੇ। ਆਪਾਂ ਇਹਦੇ ਬਾਰੇ ਥੋੜਾ ਜਿਹਾ ਲਿਖਣਾ। ਪਹਿਲਾਂ ਇੱਕ ਦੋ ਲਾਈਨਾਂ ਲਿਖ ਲਓ ਫਟਾਫਟ। ਬੌਂਡਿੰਗ ਇਨ ਮੈਟਲ ਕਾਰਬੋਨਾਈਲਸ, ਇਸ ਲਿਖਿਓ। ਇਸ ਲਿਖੋ द metal carbonyl bond the metal carbonyl bond in coordination compound the metal carbonyl bond in coordination compound is formed by a is formed by a special type of bonding is formed by a special type of bonding या consider of special type of bonding known as synergic bonding. Synergic, SYNERGIC, known as synergic bonding. ठीक है। सिनर्जिक बॉन्डिंग ਨਾਲ ਹੀ ਲਿਖੋ द ਮੈਟਲ ਕਾਰਬਨ ਸਿਗਮਾ ਬੌਂਡ। ਦੇਖੋ ਮੈਂ ਕਿਹਾ ਸੀ ਨਾ ਦੋ ਬੌਂਡਸ ਬਣਦੀਆਂ ਨੇ, ਤਾਂ ਜੇ ਦੋ ਬੌਂਡਸ ਬਣਨਗੀਆਂ ਤਾਂ ਇੱਕ ਸਿਗਮਾ ਹੋਏਗੀ ਇੱਕ ਪਾਈ ਹੋਏਗੀ। ਹਮੇਸ਼ਾ ਡਬਲ ਬੌਂਡ ਦੇ ਅੰਦਰ ਐਵੇਂ ਹੁੰਦਾ, ਇੱਕ ਸਿਗਮਾ ਇੱਕ ਪਾਈ। ਤਾਂ ਜਿਹੜੀ ਸਿਗਮਾ ਬੌਂਡ ਹੈ, ਪਹਿਲੀ ਬੌਂਡ ਹੈ, ਉਹ ਕਿਵੇਂ ਬਣੀ? ਕਾਰਬਨ ਨੇ ਆਪਣਾ ਲੋਨ ਪੇਅਰ ਮੈਟਲ ਨੂੰ ਡੋਨੇਟ ਕੀਤਾ। ਤੇ ਜਿਹੜੀ ਦੂਜੀ ਬੌਂਡ ਹੈ ਉਹ ਕਿਵੇਂ ਬਣੀ? ਮੈਟਲ ਵਾਲਾ ਲੋਨ ਪੇਅਰ ਕਾਰਬਨ ਨੂੰ ਡੋਨੇਟ ਕੀਤਾ ਗਿਆ। ਠੀਕ ਹੈ ਨਾ। ਤਾਂ ਇਹਨੂੰ ਆਪਾਂ ਇਸੇ ਤਰ੍ਹਾਂ ਨਾਲ ਐਕਸਪਲੇਨ ਕਰਨਾ ਹੈ। ਦੇਖੋ ਦ ਮੈਟਲ ਕਾਰਬਨ, ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹੋ MC, ਦ ਮੈਟਲ ਕਾਰਬਨ ਸਿਗਮਾ ਬੌਂਡ, metal carbon sigma bond is formed by donation of lone pair. The metal carbon sigma bond is formed by donation of lone pair by carbon atom of carbonyl into vacant d orbital of metal ਯਾਨੀ ਕਿ ਮੈਟਲ ਕਾਰਬਨ 'ਚ ਜਿਹੜੀ ਪਹਿਲੀ ਬੌਂਡ ਬਣਦੀ ਹੈ, ਜਿਹੜੀ ਸਿਗਮਾ ਬੌਂਡ ਬਣਦੀ ਹੈ, ਉਹ ਕਾਰਬਨ ਆਪਣੀ ਲੋਨ ਪੇਅਰ ਮੈਟਲ ਨੂੰ ਡੋਨੇਟ ਕਰਦਾ ਹੈ। ਤਾਂ ਮੈਟਲ ਲੋਨ ਪੇਅਰ ਅਸੈਪਟ ਕਰੇਗਾ ਡੀ ਆਰਬਿਟਲ ਦੇ ਅੰਦਰ। ਸਹੀ ਹੈ। ਇਹਦੇ ਨਾਲ ਹੀ ਨੈਕਸਟ ਪੁਆਇੰਟ ਲਿਖੋ ਦ ਮੈਟਲ ਕਾਰਬਨ ਪਾਈ ਬੌਂਡ is formed by the metal carbon pi bond is formed by donation of lone pair is formed by donation of lone pair from completely filled
d orbital of metal, completely filled d orbital of metal into vacant anti-bonding pi star orbital of carbonyl. D orbital of metal into vacant anti-bonding pi star orbital of carbonyl. ठीक है? This type of bonding is known as this type of bonding is known as synergic bonding. This type of bonding is known as synergic bonding. ठीक है? ਐਂਟੀ ਬੌਂਡਿੰਗ ਆਰਬਿਟਲ ਯਾਦ ਹੈ ਨਾ ਜਦੋਂ ਅਸੀਂ ਮੋਲੀਕੂਲਰ ਆਰਬਿਟਲ ਥਿਊਰੀ ਪੜ੍ਹਦੇ ਸੀਗੇ +1 ਦੇ ਅੰਦਰ ਮੋਲੀਕੂਲਰ ਆਰਬਿਟਲ ਥਿਊਰੀ ਚ ਹੁੰਦੇ ਸੀ ਨਾ ਬੌਂਡਿੰਗ ਆਰਬਿਟਲ ਐਂਡ ਐਂਟੀ ਬੌਂਡਿੰਗ ਆਰਬਿਟਲ ਪਾਈ ਆਰਬਿਟਲ ਐਂਡ ਪਾਈ ਸਟਾਰ ਆਰਬਿਟਲ ਸਿਮਿਲਰਲੀ ਨਾ ਕੋਆਰਡੀਨੇਸ਼ਨ ਬੌਂਡ ਦੇ ਅੰਦਰ ਵੀ ਇੱਕ ਮੋਲੀਕੂਲਰ ਆਰਬਿਟਲ ਥਿਊਰੀ ਹੈ ਉਹ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈ ਇਸ ਲਈ ਆਪਾਂ ਉਹਨੂੰ ਸਟੱਡੀ ਨਹੀਂ ਕੀਤਾ ਠੀਕ ਹੈ ਉਹ ਇਨਫੈਕਟ +2 ਦਾ ਬਿਲਕੁਲ ਮਤਲਬ ਕੋਆਰਡੀਨੇਸ਼ਨ ਕੰਪਾਊਂਡ ਦੇ ਅੰਦਰ ਆਪਣੀ ਲਾਸਟ ਥਿਊਰੀ CFT ਹੈ ਕ੍ਰਿਸਟਲ ਫੀਲਡ ਥਿਊਰੀ ਤਾਂ ਆਪਾਂ ਉਹਨੂੰ ਪੂਰੀ ਤਰ੍ਹਾਂ ਨਾਲ ਸਟੱਡੀ ਨਹੀਂ ਕੀਤਾ ਉਹਦੇ ਬਾਰੇ ਸਿਰਫ ਆਪਾਂ ਨੇ ਪੜ੍ਹਿਆ ਵੀ ਹਾਂ ਇਦਾਂ ਦੀ ਕੋਈ ਥਿਊਰੀ ਹੁੰਦੀ ਹੈ ਠੀਕ ਹੈ ਤਾਂ ਇਸ ਕਰਕੇ ਇਹਨੂੰ ਵੀ ਜ਼ਿਆਦਾ ਡੀਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਤਾਂ ਜਿਹੜੇ ਕਾਰਬੋਨਾਈਲ ਦੇ ਐਂਟੀ ਬੌਂਡਿੰਗ ਆਰਬਿਟਲ ਹੁੰਦੇ ਨੇ ਪਾਈ ਸਟਾਰ ਆਰਬਿਟਲ ਹੁੰਦੇ ਨੇ ਉਹ ਵੇਕੈਂਟ ਹੁੰਦੇ ਨੇ ਤਾਂ ਉਹ ਲੋਨ ਪੇਅਰ ਮੈਟਲ ਤੋਂ ਅਸੈਪਟ ਕਰਦੇ ਨੇ ਤਾਂ ਇਹਨੂੰ ਸਿੰਪਲ ਭਾਸ਼ਾ 'ਚ ਅਗਰ ਲੇਮੈਨ ਲੈਂਗੁਏਜ 'ਚ ਬੋਲਿਆ ਜਾਵੇ ਤਾਂ ਪਹਿਲਾਂ ਕਾਰਬਨ ਨੇ ਲੋਨ ਪੇਅਰ ਡੋਨੇਟ ਕੀਤਾ ਮੈਟਲ ਨੂੰ ਫਿਰ ਮੈਟਲ ਨੇ ਆਪਣੀ ਲੋਨ ਪੇਅਰ ਡੋਨੇਟ ਕੀਤੀ ਕਾਰਬਨ ਨੂੰ ਤਾਂ ਇੱਕ ਤਰ੍ਹਾਂ ਨਾਲ ਡਬਲ ਬੌਂਡ ਬਣ ਗਈ ਉੱਥੇ ਜਿਹਨੂੰ ਸਿਨਰਜਿਕ ਬੌਂਡ ਬੋਲਦੇ ਨੇ ਆਬਵੀਅਸਲੀ ਪਹਿਲੀ ਬੌਂਡ ਸਿਗਮਾ ਹੋਏਗੀ ਡਬਲ ਬੌਂਡ ਦੇ ਅੰਦਰ ਦੂਜੀ ਪਾਈ ਹੋਏਗੀ ਤਾਂ ਸਿਗਮਾ ਬੌਂਡ 'ਚ ਕਾਰਬਨ ਨੇ ਇਲੈਕਟ੍ਰੋਨ ਡੋਨੇਟ ਕੀਤੇ ਪਾਈ ਬੌਂਡ 'ਚ ਮੈਟਲ ਨੇ ਇਲੈਕਟ੍ਰੋਨ ਡੋਨੇਟ ਕੀਤੇ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਅਗਰ ਇਹਨੂੰ ਡਾਇਗਰਾਮੈਟਿਕਲੀ ਬਣਾਉਣਾ ਹੋਵੇ ਤਾਂ ਵੀ ਬਿਲਕੁਲ ਸਿੰਪਲ ਹੈ ਆ ਪਿਆ ਮੇਰਾ ਮੈਟਲ ਇਹਦੇ ਨਾਲ ਆ ਗਿਆ ਕਾਰਬੋਨਾਈਲ C ਟ੍ਰਿਪਲ ਬੌਂਡ O ਠੀਕ ਹੈ ਅੱਛਾ ਪਹਿਲੀ ਗੱਲ ਤਾਂ ਕਾਰਬਨ ਕੋਲ ਲੋਨ ਪੇਅਰ ਹੈ ਇਸ ਤਰ੍ਹਾਂ ਨਾਲ ਮੈਨੂੰ ਰੈੱਡ ਪੈਨ ਨਾਲ ਹੀ ਬਣਾ ਦਿੰਦਾ ਕਾਰਬਨ ਕੋਲ ਲੋਨ ਪੇਅਰ ਹੈ ਇਸ ਤਰ੍ਹਾਂ ਨਾਲ ਤਾਂ ਆਹ ਲੋਨ ਪੇਅਰ ਹੈ ਤਾਂ ਲੋਨ ਪੇਅਰ ਕਾਰਬਨ ਡੋਨੇਟ ਕਰੇਗਾ ਮੈਟਲ ਦਾ ਏਰੀਆ ਖਾਲੀ ਆਰਬਿਟਲ ਤਾਂ ਜਿਹੜੀ ਇੱਥੋਂ ਕਾਰਬਨ ਨੇ ਲੋਨ ਪੇਅਰ ਡੋਨੇਟ ਕੀਤੀ ਮੈਟਲ ਨੂੰ ਇਹ ਕਿਹੜੀ ਬੌਂਡ ਬਣ ਗਈ ਜੀ ਇਹ ਬਣ ਗਈ ਸਿਗਮਾ ਬੌਂਡ ਸਹੀ ਫਿਰ ਹੁਣ ਮੈਟਲ ਦੇ ਕੋਲ ਵੀ ਲੋਨ ਪੇਅਰ ਹੈ ਮੈਟਲ ਦੇ ਕੋਲ ਲੋਨ ਪੇਅਰ ਇਸ ਤਰ੍ਹਾਂ ਨਾਲ ਬਣਾਈ ਜਾਏਗੀ ਡੀ ਆਰਬਿਟਲ ਹੈ ਨਾ ਤਾਂ ਡੀ ਆਰਬਿਟਲ ਦੇ 4 ਲੋਬਸ ਹੋਣਗੇ ਆਰ ਡੀ ਆਰਬਿਟਲ ਦੇ ਮੈਟਲ ਦੇ 4 ਲੋਬਸ ਇਹ 'ਚ ਇੱਕ ਲੋਨ ਪੇਅਰ ਪਿਆ ਇੱਦਾਂ ਮੈਂ ਬਣਾ ਦਿੰਦਾ ਲੋਨ ਪੇਅਰ ਹੁਣ ਮੈਟਲ ਇਹਨੂੰ ਲੋਨ ਪੇਅਰ ਡੋਨੇਟ ਕਰੇਗਾ ਤਾਂ ਇਹਦੇ ਕੋਲ ਵੀ ਇੱਕ ਵੇਕੈਂਟ ਡੀ ਆਰਬਿਟਲ ਹੋਣਾ ਚਾਹੀਦਾ ਡੀ ਆਰਬਿਟਲ ਦੇ ਇਸ ਤਰ੍ਹਾਂ ਨਾਲ ਆਪਾਂ ਐਵੇਂ ਬਣਾਵਾਂਗੇ ਇਹਨੂੰ ਆਕਸੀਜਨ ਤੇ ਵੀ ਅਸੀਂ ਵੇਕੈਂਟ ਦਿਖਾਉਂਦੇ ਹਾਂ ਪੂਰੇ ਕਾਰਬੋਨਾਈਲ ਦਾ ਐਂਟੀ ਬੌਂਡਿੰਗ ਆਰਬਿਟਲ ਹੈ ਇਸ ਤਰ੍ਹਾਂ ਨਾਲ ਤਾਂ ਇਹਨੇ ਇੱਧਰ ਨੂੰ ਡੋਨੇਟ ਕੀਤੀ ਹੁਣ ਪਾਈ ਬੌਂਡ 'ਚ ਆਪਾਂ ਨੂੰ ਪਤਾ ਵੀ ਸਿਰਫ ਇੱਕ ਲੋਬ ਦੇ ਨਾਲ ਪਾਈ ਬੌਂਡ ਨਹੀਂ ਬਣਦੀ ਪੂਰਾ ਇਹ ਵੀ ਜੁੜੇਗਾ ਸਾਈਡਵੇਜ਼ ਓਵਰਲੈਪਿੰਗ ਹੁੰਦੀ ਹੈ ਤਾਂ ਪਾਈ ਬੌਂਡ ਬਣਦੀ ਹੈ ਨਾ ਤਾਂ ਇੱਥੇ ਇਹ ਬਣ ਗਈ ਮੇਰੀ ਪਾਈ ਬੌਂਡ ਪਾਈ ਬੌਂਡ ਮੈਂ ਦਿਖਾਇਆ ਦੋ ਨੇ ਪਰ ਹੈਗੀ ਇੱਕੋ ਬੌਂਡ ਹੈ ਦੋ ਲੋਬਸ ਜੁੜਦੇ ਆ ਤਾਂ ਇੱਕ ਪਾਈ ਬੌਂਡ ਬਣਦੀ ਹੈ ਇਹ ਤਾਂ ਸਾਰਾ ਬੇਸਿਕ ਹੀ ਹੈ ਬਿਲਕੁਲ ਠੀਕ ਹੈ ਔਰ ਆਹ ਵਾਲੇ ਜਿਹੜੇ ਆਰਬਿਟਲ ਨੇ ਮੈਂ ਉਹਨੂੰ ਡਾਰਕ ਕਰ ਦਿੰਦਾ ਠੀਕ ਹੈ ਇਹ ਕਿਹੜੇ ਆਰਬਿਟਲ ਨੇ ਇਹ ਹੈਗੇ ਨੇ ਵੇਕੈਂਟ ਪਾਈ ਸਟਾਰ ਐਂਟੀ ਬੌਂਡਿੰਗ ਆਰਬਿਟਲਸ ਠੀਕ ਹੈ ਔਰ ਆ ਜਿਹੜੀ ਪੂਰੀ ਬੌਂਡਿੰਗ ਬਣੀ ਇਹਨੂੰ ਕਹਿੰਦੇ ਨੇ ਸਿਨਰਜਿਕ ਬੌਂਡ ਨੋਟ ਕਰੋ ਫਟਾਫਟ ਐਰੋਜ਼ ਦਾ ਧਿਆਨ ਰੱਖਣਾ ਹੈ ਸਿਗਮਾ ਬੌਂਡ 'ਚ ਕਾਰਬਨ ਡੋਨਰ ਹੈ ਤੇ ਪਾਈ ਬੌਂਡ 'ਚ ਮੈਟਲ ਡੋਨਰ ਹੈ ਹੁਣ ਦੇਖੋ ਹਲੇ ਤੱਕ ਆਪਾਂ ਲਿਗੈਂਡਸ ਦੀ ਸਿੰਗਲ ਬੌਂਡ ਹੀ ਪੜ੍ਹ ਰਹੇ ਸੀਗੇ ਪਰ ਇਹ ਲਿਗੈਂਡ ਕਾਰਬੋਨਾਈਲ ਵਾਲੇ ਨੇ ਡਬਲ ਬੌਂਡ ਬਣਾਈ ਤਾਂ ਇਹ ਬਹੁਤ ਸਟੇਬਲ ਬਹੁਤ ਸਟਰੋਂਗ ਬੌਂਡ ਬਣਦੀ ਹੈ ਠੀਕ ਹੈ ਨਾ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਮੈਟਲ ਕਾਰਬੋਨਾਈਲ ਸਟਰੋਂਗ ਬੌਂਡ ਕਿਉਂ ਹੁੰਦੀ ਹੈ ਤਾਂ ਤੁਸੀਂ ਇਹ ਪੂਰਾ ਐਕਸਪਲੇਨ ਵੀ ਕਰ ਸਕਦੇ ਹੋ ਕਿ ਐਕਚੁਅਲ 'ਚ ਇਹਦੇ ਅੰਦਰ ਸਿੰਪਲ ਕੋਆਰਡੀਨੇਟ ਬੌਂਡ ਨਹੀਂ ਹੁੰਦੀ ਇਹਦੇ ਅੰਦਰ ਸਿਨਰਜਿਕ ਬੌਂਡ ਹੁੰਦੀ ਹੈ ਜਾਂ ਬੈਕ ਬੌਂਡ
बैक बॉन्ड मतलब वो वापस ਜਦੋਂ भी कोई बॉन्ड बन रही है वो बैक बॉन्डिंग होगी। जल्दी जल्दी नोट करो सारा कुछ। नोट कर लिया जी। नेक्स्ट पेज ਵੱਲ मूव करिए। एक ਇਹਦੇ ਅੰਦਰ ਹੋਰ ਇੰਪੋਰਟੈਂਟ ਚੀਜ਼ ਵੀ ਹੈ। ਕੁਝ ਕੋਆਰਡੀਨੇਸ਼ਨ ਕੰਪਾਊਂਡ ਦੇ ਨਾ ਸਟਰਕਚਰ ਕਾਫੀ ਵਾਰੀ ਪੁੱਛੇ ਜਾਂਦੇ ਨੇ। ਐਨਸੀਈਆਰਟੀ ਮੈਂਸ਼ਨਡ ਨੇ ਤਾਂ ਆਪਾਂ ਸਟਰਕਚਰਸ ਵੀ ਬਣਾ ਲੈਂਦੇ ਆ। ਠੀਕ ਹੈ, ਦੋ ਤਿੰਨ ਕਾਰਬੋਨਾਈਲਸ ਨੇ, ਜਿਵੇਂ ਕਿ ਆਪਾਂ ਸਿੰਪਲ ਜੀ ਗੱਲ ਕਰੀਏ ਤਾਂ ਨਿਕਲ ਕਾਰਬੋਨਾਈਲ 4 ਟਾਈਮਸ, ਨਿਕਲ ਕਾਰਬੋਨਾਈਲ 4। ਇਹ ਬਹੁਤ ਆਰਾਮ ਨਾਲ ਇਹਦਾ ਟੈਟਰਾਹੈਡਰਲ, ਸਿੰਪਲ ਟੈਟਰਾਹੈਡਰਲ ਸਟਰਕਚਰ ਹੁੰਦਾ ਹੈ। ਕਿਸ ਤਰ੍ਹਾਂ ਨਾਲ ਬਣੇਗਾ ਉਹ ਪਤਾ ਹੀ ਹੈ, ਫਿਰ ਵੀ ਚਲੋ ਮੈਂ ਇੱਕ ਵਾਰੀ ਬਣਾ ਦਿੰਦਾ है ना। तो इत्थे दो आएंगे कार्बोनाइल प्लेन दे अंदर, एक प्लेन तो बाहर आ रहा होएगा डार्क वाला, और एक प्लेन की बैक साइड से जा रहा होएगा, आराम नाल बन जाएगा। अच्छा, जेडे ज़्यादा थोड़े यूनीक ने, जेडे तुसीं अपनी एवें बंदा अपनी मर्जी नाल नहीं बना सकता, उन्होंने लिए पता ही होना चाहिए। जिवें कि आ देखो Mn2 कार्बोनाइल 10, ये भी एक दो बार इसका स्ट्रक्चर पूछा जा चुका है। Mn2 कार्बोनाइल 10 ਤਾਂ ਇਹ ਕਿੱਦਾਂ ਦਾ ਹੁੰਦਾ ਹੈ? ਇਸ 'ਚ 2 Mn ਨੇ, ਇਹ 'ਚ ਦੇਖੋ ਸੈਂਟਰਲ ਐਟਮ 2 ਨੇ, Mn2 ਇਸ 'ਚ ਸੈਂਟਰਲ ਐਟਮ 2 ਨੇ। ਆਪਾਂ ਹਮੇਸ਼ਾ ਸੈਂਟਰਲ ਐਟਮ ਇੱਕੋ ਪੜ੍ਹਦੇ ਹਾਂ, ਇਸ 'ਚ ਸੈਂਟਰਲ ਐਟਮ 2 ਨੇ, ਤਾਂ 2 ਮੈਂਗਨੀਜ਼ ਆ ਗਏ। ਦੋਨਾਂ ਦੇ ਵਾਲੇ 5-5 ਟੋਟਲ ਕਾਰਬੋਨਾਈਲ 10 ਨੇ, ਦੋਨਾਂ ਦੇ ਨਾਲ 5-5 ਕਾਰਬੋਨਾਈਲ ਜੁੜੇ ਹੋਏ ਨੇ, ਔਰ ਇਹ ਆਪਸ 'ਚ ਵੀ ਜੁੜੇ ਹੋਏ ਨੇ, ਤਾਂ ਇਹਨਾਂ ਦੀ ਆਪਸ 'ਚ ਵੀ ਬੌਂਡ ਹੈ। ਔਰ ਇਹਨਾਂ ਦੇ ਨਾਲ 5-5 ਕਾਰਬੋਨਾਈਲ, ਇੱਕ ਕਾਰਬੋਨਾਈਲ, ਦੂਸਰਾ ਕਾਰਬੋਨਾਈਲ, तीसरा, एक प्लेन दे बिल्कुल उपर, एक प्लेन दे बिल्कुल नीचे। इदां ही इहदे नाल 5 कार्बोनाइल जुड़े हुए ने, एक प्लेन दे बिल्कुल उपर, एक प्लेन दे बिल्कुल नीचे, एक इस तरफ, एक इधर, एक इस तरफ। आ वही स्ट्रक्चर बहुत इंपॉर्टेंट है। तुसीं एवें इमेजिन कर सकते हो भी आह प्लेन च देखो इस तरह नाल, अगर मैं इनू बनावां थोड़ा थोड़ा, ज़्यादा डार्क करने की जरूरत नहीं है, बस ਉਹਨੂੰ ਆਪ ਨੂੰ ਸਮਝ ਆਣੀ ਚਾਹੀਦੀ ਹੈ। ਆ ਸਾਰੇ ਪਲੇਨ 'ਚ ਨੇ, 4 ਪਲੇਨ ਤੋਂ ਬਾਹਰ ਨੇ। ਪੁੱਛਿਆ ਜਾ ਸਕਦਾ ਇਹਦੇ ਅੰਦਰ Mn ਬੌਂਡਸ ਕਿੰਨੀਆਂ ਨੇ, ਤਾਂ Mn ਬੌਂਡਸ ਇਹਦੇ ਅੰਦਰ ਸਿੰਗਲ ਬੌਂਡ ਹੈ, ਔਰ Mn ਤੇ ਕਾਰਬੋਨਾਈਲ ਦੀਆਂ ਬੌਂਡਸ ਕਿੰਨੀਆਂ ਨੇ, ਉਹ 10 ਨੇ। ਆ Mn 5 ਕਾਰਬੋਨਾਈਲ ਨਾਲ ਜੁੜਿਆ, ਆ ਵੀ Mn 5 ਕਾਰਬੋਨਾਈਲ ਨਾਲ ਜੁੜਿਆ। ਨੋਟ ਕਰ ਲਓ। एक और बहुत बार पूछते हैं, यह है कोबाल्ट 2 कार्बोनाइल 6, 8 रहेगा, सॉरी कार्बोनाइल 8, कोबाल्ट 2 कार्बोनाइल 8। पहले वाला कोबाल्ट है, C कैपिटल है, O छोटा है, फिर कार्बोनाइल है CO, ठीक है। एक इस तरह नाल है, इच भी 2 कोबाल्ट आपस च कनेक्टेड है, ठीक है। दोनों कोबाल्ट के नाल 3-3 कार्बोनाइल इस तरफ लगे हुए हैं, कार्बोनाइल, कार्बोनाइल और कार्बोनाइल। इदां ही ਇਹਦੇ ਕੋਬਾल्ट ਦੇ ਨਾਲ ਵੀ 3-3 कार्बोनाइल, टोटल 6 कार्बोनाइल हो गए, और 2 कार्बोनाइल ਇਹਨਾਂ ਨਾਲ कॉमनली कनेक्टेड है। मतलब ਇਹ ਆ ਗਿਆ पहला कार्बोनाइल, दोनों ਨਾਲ कनेक्टेड है, इधरों दूजा कार्बोनाइल आ गया, ये भी दोनों ਨਾਲ कनेक्टेड है। नोट कर लो। अच्छा, तो कार्बोनाइल है, सी नहीं बनाया मैं, सॉरी, कल ऑक्सीजन। आ सारे जेडे मैं सर्कल किए लिगेंड्स हैं, ताकि कोबाल्ट और कार्बोनाइल का फर्क पता ही है वैसे तो। नोट कर लो। बाकी तो आराम नाल बनाए जा सकते हैं। जे सेंट्रल दे अराउंड 6 कार्बोनाइल ने तो पता ही है 6 कार्बोनाइल ऑक्टाहाइड्रल शेप होएगी।
अगर 5 कार्बोनाइल है, 5 का भी पता ही है ट्राइगोनल बायपिरामिडल शेप होएगी, 4 का या टैट्राहेड्रल होएगी या स्क्वायर प्लेनर होएगी, वो अपन पता है लिगेंड्स के अकॉर्डिंगली जिस हिसाब नाल भी चलेगा, बहुत ईजिली सारा कुछ बनाया जा सकता है। बाकी तो ये थोड़े जे यूनीक ने आ दोनों, तो ये पूछे जाते हैं, नोट कर लो। इन्हों के अंदर सेंट्रल एटम भी कोई सिंगल नहीं है, दो दो सेंट्रल एटम है। इस दो मैगनीज सेंट्रल एटम की तरह काम कर रहे हैं, इस दो कोबाल्ट सेंट्रल एटम की तरह काम कर रहे हैं, और लिगेंड्स उन्होंने अराउंड उस अकॉर्डिंगली जिमें का भी स्ट्रक्चर है अरेंज्ड है। नोट कर लिया जी इन्ना पार्ट। पर नैक्सट पार्ट वाल मूव करते हैं। ये साडा पहला टॉपिक सीगा जिहड़ा मैं कह रहा सी छोटा जिहा एक टॉपिक पेंडिंग है कि मैटल कार्बोनाइल च थोड़ी स्पैशल टाइप की बॉन्डिंग होंदी है, सिनर्जिक बॉन्ड या बैक बॉन्ड भी बोल सकते हो तुसी, ठीक है। नैक्सट टॉपिक वाल चलते हैं। नैक्सट टॉपिक लिखो, स्टेबिलिटी ऑफ कोऑर्डिनेशन कंपाउंड। एको एवं का टॉपिक है जिस एक फॉर्मूला आता है, हालांकि उस फॉर्मूले चो न्यूमेरिकल नहीं आते, ठीक है, पर फिर भी वो फॉर्मूला पता होना चाहिए, स्टेबिलिटी ऑफ कोऑर्डिनेशन कंपाउंड। ठीक है, नोट कर लिया सारे ने। हुण एक खास गल सोचो, जिहड़ा कोऑर्डिनेशन कंपाउंड है, अगर मैं काउंटर आयन की गल करा तो काउंटर आयन तो बड़ी आराम नाल डिसोसीएट हो जाता है, मतलब काउंटर आयन और स्क्वायर ब्रैकेट वाला पार्ट अलग अलग हो जाता है ना। पर जिहड़े सिर्फ कोऑर्डिनेट बॉन्ड नाल जुड़े हुए हैं, यानी कि मैटल और लिगेंड, ये भी तो कदे ना कदे एवें होया होएगा भी कल्ला मैटल है, फिर ਉਹਦੇ आले दुआले एक एक लिगेंड करके जुड़े होणगे, ये भी तो कोई ना कोई प्रोसैस होया होएगा। हाँ, मैटल लिगेंड ਨੂੰ ਆਇਨਸ ਦੀ ਫਾਰਮ 'ਚ ਅਸੀਂ ਤੋੜਦੇ ਨਹੀਂ ਹੈ, ਆਇਨਸ ਦੀ ਫਾਰਮ 'ਚੋਂ ਡਿਸੋਸੀਏਟ ਨਹੀਂ ਹੁੰਦੇ, ਪਰ ਕਿਸੇ ਫਾਰਮ 'ਚ ਤਾਂ ਉਹਨਾਂ ਨੂੰ ਅਲੱਗ-ਅਲੱਗ ਕੀਤਾ ਜਾ ਸਕਦਾ ਹੈ। ਜੇ ਉਹਨਾਂ ਨੂੰ ਜੋੜਿਆ ਜਾ ਸਕਦਾ ਹੈ ਤਾਂ ਉਹਨਾਂ ਨੂੰ ਅਲੱਗ-ਅਲੱਗ ਵੀ ਕੀਤਾ ਜਾ ਸਕਦਾ ਹੈ। ਇਨਫੈਕਟ ਕੋਆਰਡੀਨੇਸ਼ਨ ਕੰਪਾਊਂਡ ਬਣਨ ਵਾਲਾ ਜਿਹੜਾ ਪੂਰਾ ਪ੍ਰੋਸੈਸ ਹੈ ਨਾ, ਇਹ ਇਕੁਇਲਿਬਰੀਅਮ 'ਚ ਐਗਜ਼ਿਸਟ ਕਰਦਾ ਹੈ, ਯਾਨੀ ਕਿ ਇਹ ਵਾਪਸ ਵੀ ਹੋ ਸਕਦਾ ਹੈ। मतलब मैटल के नाल लिगेंड जुड़ के एक कोऑर्डिनेशन कंपाउंड बन गया, तो कोऑर्डिनेशन कंपाउंड चो मैटल और लिगेंड को भी वापस तोड़िया जा सकता है, ठीक है। आप उसी इक्विलिब्रियम को हुण थोड़ा जिहा डिस्कस करना है। इन्नी बार समझ आ रही है। हुण मैं मान के चलते हैं कि मेरे को कोई कोऑर्डिनेशन कंपाउंड है, चार्ज हाले मैं इन्ना नहीं सोचते, आप मान लो मेरे को कोई कोऑर्डिनेशन कंपाउंड है MlN, मतलब मैटल के आले दुआले N लिगेंड्स जुड़े हुए हैं, ठीक है। हुण कॉन्सैप्ट की कहता है कि मैटल के आले दुआले N लिगेंड्स है जिहड़े वो एक एक करके कई स्टैप्स च जुड़े होणगे। जिवें कि अगर इहदी फॉर्मेशन देखनी है तो की होएगा, स्टैप नंबर 1 की होएगा, पहला स्टैप, पहला मैटल के नाल एक लिगेंड जुड़िया होएगा, तो मैटल और लिगेंड जुड़ के इक्विलिब्रियम च, जिद्दां मैं दस्सिया कि यह प्रोसैस रिवर्सिबल है, मैटल लिगेंड बनिया होएगा। पहला मैटल ने एक लिगेंड के नाल कोऑर्डिनेशन बॉन्ड बनाई होएगी, फिर ओबवियसली ML दे कोल दूजा लिगेंड आएगा, फिर ML2 बन जाएगा, फिर ML2 कोल तीजा लिगेंड आएगा, ML3 बन जाएगा, और एक प्रोसैस है जिस तो बाद जिन्होंने 4-5 बार 6 बार रिपीट करने तो बाद कोऑर्डिनेशन कंपाउंड बनता साडे कोल। ये भी कोऑर्डिनेशन कंपाउंड कह सकते हो तुसीं। हुण जे इक्विलिब्रियम आया तो इसका कुछ ना कुछ इक्विलिब्रियम कॉन्स्टेंट होएगा, और याद करो इक्विलिब्रियम कॉन्स्टेंट का क्या फॉर्मूला होंदा है, इनू मैं नाम दे दिना K1। सही, की होएगा ये फॉर्मूला, इक्विलिब्रियम कांस्टेंट का क्या फॉर्मूला होना सी, कंसनट्रेशन ऑफ प्रोडक्ट डिवाइडेड बाय कंसनट्रेशन ऑफ रिएक्टेंट। हाले मैंने चलो स्क्वायर ब्रैकेट नहीं बनता, मैटल लिगेंड की कोऑर्डिनेशन बॉन्ड बन गई। इक्विलिब्रियम कांस्टेंट क्या है, कंसनट्रेशन ऑफ प्रोडक्ट यानी कि ML बाय कंसनट्रेशन ऑफ रिएक्टेंट। हुण रिएक्टेंट दो ने तो कंसनट्रेशन ऑफ M इंटू कंसनट्रेशन ऑफ L, इनू मैं नाम दे दिना इक्वेशन नंबर 1 आ सारे नू। सही है जी। हुण ML दे नाल दूजा लिगेंड जुड़ेगा, तो स्टैप नंबर 2 किवें आएगा, ML प्लस L नवा लिगेंड आ गया, इक्विलिब्रियम च की बन जाएगा जी ML2। सिंपल जा फंडा। इस बार मैं इनू इक्विलिब्रियम कांस्टेंट कुछ और होएगा, क्योंकि रिएक्शन कुछ और है, तो इक्विलिब्रियम कांस्टेंट नवा आ गया। ਇਹਦਾ इक्विलिब्रियम कांस्टेंट की वैल्यू कितनी होएगी, प्रोडक्ट बाय रिएक्टेंट, यानी कि ML2 बाय कंसनट्रेशन M इंटू कंसनट्रेशन L, इनू मैं नाम दे देना इक्वेशन नंबर 2। तीजा स्टैप चलते हैं, है ना। तीजे स्टैप च ML2 आ जाएगा, L ML3 बन जाएगा,
इस बार इक्विलिब्रियम कांस्टेंट कितना आएगा जी, प्रोडक्ट बाय रिएक्टेंट ml3 डिवाइडेड बाय एक मिनट पिछ इतने में गलती करती ml इंटू एल आएगा, रिएक्टेंट से ml है ना, सॉरी ml इंटू एल आएगा। सही है। तीजा इक्विलिब्रियम कांस्टेंट, तीजा इक्विलिब्रियम कांस्टेंट क्या आएगा, प्रोडक्ट ml3 बाय रिएक्टेंट ml2 इंटू एल। ये आ गया मेरी इक्वेशन नंबर 3 है ना, समझ आ रहा होना ਤੁਹਾਨੂੰ। ठीक है। ਹੁਣ ਐਵੇਂ ਕਰਦੇ 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 n ਸਟੈਪਸ ਹੋਣਗੇ ਹੈ ਨਾ। ਮੈਂ ਮੰਨ ਕੇ ਚੱਲਦਾ ਜਿਹੜਾ nth ਸਟੈਪ ਹੈ, ਮੈਂ ਬਿਲਕੁਲ ਹੁਣ ਲਾਸਟ ਚ ਆ ਕੇ ਜਿਹੜਾ nth ਸਟੈਪ ਹੈ, ਲਾਸਟ ਸਟੈਪ ਹੈ, ਉਹ ਕਿਹੋ ਜਿਹਾ ਹੋਏਗਾ। ਹੁਣ ਦੇਖੋ ਜਦੋਂ ਫਸਟ ਸਟੈਪ, ਜਦੋਂ ਸੈਕਿੰਡ ਸਟੈਪ ਹੈ ਤਾਂ ਇੱਥੇ ml ਦੇ l ਕੱਲਾ ਹੈ, ਥਰਡ ਸਟੈਪ 'ਚ 2 ਹੋ ਗਏ, ਫੋਰਥ ਸਟੈਪ 'ਚ ml3 ਹੋ ਜਾਣਗੇ ਹੈ ਨਾ, ਇੱਧਰ ml4 ਹੋ ਜਾਣਗੇ, ਆ l ਇੱਕ ਘੱਟ ਹੈ। ਲਾਸਟ 'ਚ मैं इधर mln बनाना चाहना है क्योंकि मेरा फाइनल प्रोडक्ट यही है ना mln, तो लिगेंड ऐड होएगा इस बार किहदे अंदर लिगेंड होएगा ml बेस च की आएगा n-1। इन्ना पार्ट समझ आ रहा है ना। देखो जे प्रोडक्ट च 3 लिगेंड सीगे तो इधर 2 लिगेंड सीगे, जे प्रोडक्ट च 2 लिगेंड सीगे इधर 1 लिगेंड सीगा, तो जे प्रोडक्ट च n लिगेंड्स जुड़ गए इधर n-1 होणगे, ਉਹ 'ਚ एक नवा लिगेंड जुड़ के n लिगेंड बन जाणगे। चलो शाबाश, इनू मैं kn नाम दे दिंदा। kn की आएगा जी, प्रोडक्ट बाय रिएक्टेंट। अच्छा प्रोडक्ट आ गया, प्रोडक्ट च की है mln डिवाइडेड बाय रिएक्टेंट च की है mln-1 मल्टीप्लाइड बाय लिगेंड। इन्ना पार्ट सारे नू समझ आ गया होना प्रोबेबली। ठीक है, ये समझ आ रहा है। ठीक है, तो ਜਿਹੜਾ ਇਹ ਬਣਨ ਦੇ n ਸਟੈਪਸ ਹੈ, ਜੇ ਲਿਗेंड 4 ਹੁੰਦੇ ਤਾਂ 4 ਸਟੈਪ ਹੁੰਦੇ, ਪਹਿਲਾ ਲਿਗेंड ਜੁੜਿਆ, ਦੂਸਰਾ ਲਿਗेंड ਜੁੜਿਆ, ਤੀਸਰਾ ਲਿਗेंड ਜੁੜਿਆ, ਚੌਥਾ ਲਿਗेंड ਜੁੜਿਆ। ਹੁਣ ਮੈਂ mln ਜਨਰਲ ਫਾਰਮ ਲੈ ਰਿਹਾ ਤਾਂ ਇਹਦੇ n ਸਟੈਪਸ ਨੇ। ਇਹਨਾਂ ਪਾਰਟ ਸਮਝ ਆ ਰਿਹਾ। ਠੀਕ ਹੈ। ਹੁਣ ਇਕੁਇਲਿਬਰੀਅਮ ਦਾ ਇੱਕ ਰੂਲ ਹੁੰਦਾ ਹੈ, ਜੇ ਮੇਰੀ ਓਵਰਆਲ ਰਿਐਕਸ਼ਨ ਲਿਖਣੀ ਹੋਵੇ, ਦੇਖੋ ਇਹ ਜਿਹੜੇ ਆ ਗਏ ਨਾ, ਇਹ ਆ ਗਏ ਇਕੁਇਲਿਬਰੀਅਮ ਕਾਂਸਟੈਂਟਸ ਫॉर एवरी इंडिविजुअल स्टेप। पर जे मैं ओवरऑल रिएक्शन लिखनी है ना, मैं ओवरऑल रिएक्शन लिखनी है, ओवरऑल की है m सीगा कला, ਉਹਦੇ ਨਾਲ ਆ ਕੇ n ਲਿਗेंड्स जुड़ गए ਤੇ प्रोडक्ट बन गया mln। यही है ओवरऑल रिएक्शन। सही है। और ਜਿਹੜਾ ਇਹਦਾ ओवरऑल इक्विलिब्रियम कांस्टेंट ਹੁੰਦਾ ਹੈ ਨਾ, ਉਹਨੂੰ बीटा बोलते हैं। ठीक है, बीटा कितनी वैल्यू आएगी, हैगा इक्विलिब्रियम कांस्टेंट, ये सिंबल ਇਹਨੂੰ बीटा ਦਿੱਤਾ ਹੋਇਆ ਆਪਾਂ ਨੇ। कंसनट्रेशन ऑफ प्रोडक्ट यानी कि कंसनट्रेशन ऑफ mln बाय कंसनट्रेशन ऑफ रिएक्टेंट। रिएक्टेंट कौन है, एक तो हैगा m इंटू, याद है ना ਜਿਹੜਾ ਕੋਫੀਸ਼ੀਐਂਟ ਹੁੰਦਾ ਉਹ ਪਾਵਰ ਬਣ ਜਾਂਦਾ ਹੈ, ਤਾਂ ਲਿਗेंड ਦੀ ਪਾਵਰ n। ਇਹ ਬਣ ਗਈ ਮੇਰੀ ਫਾਈਨਲ ਇਕੁਏਸ਼ਨ। ਠੀਕ ਹੈ, ਇਹ ਜਿਹੜਾ ਫਾਈਨਲ ਹੈ ਇਹਦੇ ਕੁਝ ਨਾਮ ਨੇ, ਇਹਨੂੰ ਬੋਲਦੇ ਨੇ ਓਵਰਆਲ ਇਕੁਇਲਿਬਰੀਅਮ ਕਾਂਸਟੈਂਟ ਵੀ ਬੋਲ ਸਕਦੇ ਹੋ, ਪਰ ਬੁਕਿਸ਼ ਲੈਂਗੁਏਜ 'ਚ ਇਹਨੂੰ ਬੋਲਦੇ ਨੇ ओवरऑल स्टेबिलिटी कांस्टेंट, या फिर एक होर नाम इनू बोलते ने ओवरऑल फॉर्मेशन कांस्टेंट। फॉर्मेशन कांस्टेंट क्यों बोलिया, क्योंकि लिगेंड ऑर्गेनिक कंपाउंड फॉर्म हो रहा है ना, बन रहा है, तो इनू ओवरऑल फॉर्मेशन कांस्टेंट भी बोलिया जाएगा। इन्नी गल समझ आई कि नहीं आई। ठीक है। और इक्विलिब्रियम का एक रूल होंदा है, अगर कोई रिएक्शन बहुत सारे स्टैप्स ਨੂੰ ਮਿਲਾ ਕੇ ਬਣੀ ਹੈ, ਜਿਵੇਂ ਆਹ ਵਾਲੀ ਜਿਹੜੀ ਰਿਐਕਸ਼ਨ ਹੈ ਇਹ ਆਹ n ਸਟੈਪਸ ਨੂੰ ਮਿਲਾ ਕੇ ਬਣੀ ਹੈ। ਠੀਕ ਹੈ, ਤਾਂ ਇਸ ਰਿਐਕਸ਼ਨ ਦਾ ਜਿਹੜਾ ਇਕੁਇਲਿਬਰੀਅਮ ਕਾਂਸਟੈਂਟ ਹੈ ਉਹ ਹੋਏਗਾ, ਹਰ ਇੱਕ ਸਟੈਪ ਦੇ ਇਕੁਇਲਿਬਰੀਅਮ ਕਾਂਸਟੈਂਟ ਨੂੰ ਮਲਟੀਪਲਾਈ ਕਰ ਦਿਓ, ਐਡ ਨਹੀਂ ਮਲਟੀਪਲਾਈ ਕਰ ਦਿਓ। ਇਕੁਇਲਿਬਰੀਅਮ ਦਾ ਕਨਸੈਪਟ ਹੈ ਇਹ। ਠੀਕ ਹੈ, ਤਾਂ ਆਪਣੇ ਕੋਲ ਐਵੇਂ ਇੱਕ ਇਕੁਏਸ਼ਨ ਤਾਂ ਆ ਬਣ ਗਈ। ਇੱਕ ਹੋਰ ਫਾਰਮੂਲਾ ਜਿਹੜਾ ਓਵਰਆਲ ਸਟੇਬਿਲਿਟੀ ਕਾਂਸਟੈਂਟ ਹੈ ਉਹ ਕੀ ਹੋਏਗਾ, ਹਰ ਇੱਕ ਸਟੈਪ ਦੇ ਇਕੁਇਲਿਬਰੀਅਮ ਕਾਂਸਟੈਂਟ, ਕਿਉਂਕਿ ਓਵਰਆਲ ਰਿਐਕਸ਼ਨ ਹਰ ਇੱਕ ਸਟੈਪ ਨੂੰ ਮਿਲਾ ਕੇ ਹੀ ਬਣੀ ਹੈ, ਤਾਂ ਹਰ ਇੱਕ ਸਟੈਪ ਦੇ ਇਕੁਇਲਿਬਰੀਅਮ ਕਾਂਸਟੈਂਟ ਨੂੰ ਮਲਟੀਪਲਾਈ ਕਰ ਦਿਓ। ਯਾਨੀ ਕਿ ਬੀਟਾ ਕਿੰਨਾ ਹੋਏਗਾ, k1 k2 k3 ਅਪ ਟੂ kn। पॉइंट समझ आया कि नहीं आया। ठीक है, तो हर एक स्टैप ਦੇ ਇਕੁਇਲਿਬਰੀਅਮ ਕਾਂਸਟੈਂਟ ਇਹਨੂੰ ਵੀ ਸਟੇਬਿਲਿਟੀ ਕਾਂਸਟੈਂਟ ਹੀ ਬੋਲਦੇ ਨੇ, ਪਰ ਇੰਡੀਵਿਜੂਅਲ ਸਟੈਪਸ ਦਾ। ठीक है, k1 k2 की है, k1 है स्टेबिलिटी कांस्टेंट ऑफ फर्स्ट स्टेप, बीटा ओवरऑल स्टेबिलिटी कांस्टेंट है ना, आ सेकंड स्टेप द स्टेबिलिटी कांस्टेंट हैगा इक्विलिब्रियम कांस्टेंट ही है। ठीक है, पर ये दस रहा है
ਇਹ ਕਿਸੇ ਚੀਜ਼ ਨੂੰ ਬਣਨ ਬਾਰੇ ਦੱਸ ਰਿਹਾ ਤਾਂ ਇਹਨੂੰ ਸਟੇਬਿਲਿਟੀ ਕਾਂਸਟੈਂਟ ਵੀ ਬੋਲਦੇ ਨੇ। ਪਹਿਲਾਂ ਤਾਂ ਇੰਨਾ ਪਾਰਟ ਫਟਾਫਟ ਨੋਟ ਕਰੋ, ਮੇਰੇ ਇੱਕ ਦੋ ਹੋਰ ਇੰਪੋਰਟੈਂਟ ਪੁਆਇੰਟਸ ਲਿਖਵਾਨਾ ਜਲਦੀ। ਪਹਿਲਾਂ ਵਾਲਾ ਪੇਜ ਦੇਖ ਲਓ। ਨੋਟ ਕਰ ਲਿਆ ਜੀ ਉੱਪਰ ਵਾਲਾ ਪਾਰਟ, ਇਹਨੂੰ ਵੀ ਨੋਟ ਕਰ ਲਓ। ਨੋਟ ਕਰ ਲਿਆ ਸਾਰਿਆਂ ਨੇ, ਠੀਕ ਹੈ। ਅਗਰ ਮੰਨ ਲਓ ਹੁਣ ਜਿਵੇਂ ਦੇਖੋ, ਜਿੰਨੀ ਜ਼ਿਆਦਾ ਬੀਟਾ ਦੀ ਵੈਲਿਊ ਹੋਏਗੀ, ਬੀਟਾ ਦੇ ਸਾਹਮਣੇ ਕੌਣ ਹੈ, ਕੋਆਰਡੀਨੇਸ਼ਨ ਕੰਪਾਊਂਡ। ਜਿੰਨੀ ਜ਼ਿਆਦਾ ਬੀਟਾ ਦੀ ਵੈਲਿਊ ਵਧੇਗੀ ਉਹਦਾ ਮਤਲਬ ਕੀ ਹੈ ਵੀ ਇੱਕ ਤਰ੍ਹਾਂ ਨਾਲ ਕੋਆਰਡੀਨੇਸ਼ਨ ਕੰਪਾਊਂਡ ਪ੍ਰੋਡਕਟ ਦੀ ਵੈਲਿਊ ਜ਼ਿਆਦਾ ਹੈ। ਇਕੁਇਲਿਬਰੀਅਮ ਉਦੋਂ ਆਇਆ ਜਦੋਂ ਪ੍ਰੋਡਕਟ ਕਾਫੀ ਜ਼ਿਆਦਾ ਬਣ ਗਿਆ, ਤਾਂ ਹੀ ਬੀਟਾ ਦੀ ਵੈਲਿਊ ਜ਼ਿਆਦਾ ਆਏਗੀ। ਤੇ ਬੀਟਾ ਦੀ ਵੈਲਿਊ ਜ਼ਿਆਦਾ ਆਏਗੀ ਯਾਨੀ ਕਿ MLN ਕਾਫੀ ਜ਼ਿਆਦਾ ਅਮਾਊਂਟ 'ਚ ਬਣ ਗਿਆ। ਇਹਦਾ ਇੱਕ ਸਿੰਪਲ ਜਿਹਾ ਮਤਲਬ ਹੈ ਕਿ ਕੰਪਾਊਂਡ ਲਿਗੈਂਡ ਦੇ ਨਾਲ ਜੁੜ ਕੇ ਜ਼ਿਆਦਾ ਖੁਸ਼ ਹੈ, ਜ਼ਿਆਦਾ ਸਟੇਬਲ ਹੈ, ਤਾਂ ਹੀ ਇਹਦੀ ਅਮਾਊਂਟ ਕਾਫੀ ਬਣ ਗਈ, ਠੀਕ ਹੈ ਨਾ। ਤਾਂ ਅਗਰ ਤੁਹਾਨੂੰ ਸਟੇਬਿਲਿਟੀ ਪੁੱਛੀ ਜਾਵੇ ਤਾਂ ਇੱਕ ਸਿੰਪਲ ਜਿਹਾ ਕ੍ਰਾਈਟੇਰੀਆ ਹੈ, ਜਿਹਦੇ ਬੀਟਾ ਵੈਲਿਊ ਜ਼ਿਆਦਾ ਰਹੇਗੀ
ਉਹ ਜ਼ਿਆਦਾ ਸਟੇਬਲ ਕੋਆਰਡੀਨੇਸ਼ਨ ਕੰਪਾਊਂਡ ਹੋਏਗਾ। ਜਿਹਦੀ ਬੀਟਾ ਵੈਲਿਊ ਘੱਟ ਰਹੇਗੀ ਉਹ ਕੋਆਰਡੀਨੇਸ਼ਨ ਕੰਪਾਊਂਡ ਲੈਸ ਸਟੇਬਲ ਹੋਏਗਾ। ਠੀਕ ਹੈ, ਇਹਨਾਂ ਪਾਰਟ ਸਮਝ ਆ ਰਿਹਾ ਨਾ? ਤਾਂ ਇੱਥੇ ਨਾਲ ਹੀ ਇੱਕ ਛੋਟਾ ਜਿਹਾ ਪੁਆਇੰਟ ਵੀ ਲਿਖ ਲਓ, ਜਾਂ ਪੁਆਇੰਟ ਕੀ ਇੱਕ ਛੋਟਾ ਜਿਹਾ ਇੱਦਾਂ ਕੰਸੈਪਟ ਜਿਹਾ ਲਿਖ ਲਓ ਕਿ ਬੀਟਾ is directly proportional to stability of coordination compound, या उल्टा भी कह लो कोऑर्डिनेशन कंपाउंड की स्टेबिलिटी बीटा के डायरेक्टली प्रोपोर्शनल है। अगर बीटा ज़्यादा होएगा तो कोऑर्डिनेशन कंपाउंड ज़्यादा स्टेबल होएगा, अगर बीटा घट होएगा तो कोऑर्डिनेशन कंपाउंड लेस स्टेबल होएगा। सिंपल जिहा फंडा है। ठीक है, ਇਹਦੇ ਨਾਲ ਇੱਕ ਪੁਆਇੰਟ ਹੋਰ ਲਿਖ ਲਓ। ਅੱਛਾ, ਕਈ ਵਾਰੀ ਨਾ ਸਟੇਬਿਲਿਟੀ ਦੀ ਜਗ੍ਹਾ ਤੇ ਇਨਸਟੇਬਿਲਿਟੀ ਕਾਂਸਟੈਂਟ ਆ ਜਾਂਦਾ ਹੈ। ਇਨਸਟੇਬਿਲਿਟੀ ਕਾਂਸਟੈਂਟ ਕੀ ਹੈ? ਸਟੇਬਿਲਿਟੀ ਕਾਂਸਟੈਂਟ ਦੱਸ ਰਿਹਾ ਵੀ ਕਿੰਨਾ ਜ਼ਿਆਦਾ ਸਟੇਬਲ ਹੈ, ਇਨਸਟੇਬਿਲਿਟੀ ਕਾਂਸਟੈਂਟ ਦੱਸਦਾ ਹੈ ਕਿੰਨਾ ਲੈਸ ਸਟੇਬਲ ਹੈ ਜਾਂ ਕਿੰਨਾ ਅਨਸਟੇਬਲ ਹੈ। ਠੀਕ ਹੈ, ਉਸ ਇਨਸਟੇਬਿਲਿਟੀ ਕਾਂਸਟੈਂਟ ਕੀ ਹੁੰਦਾ? ਸਟੇਬਿਲਿਟੀ ਕਾਂਸਟੈਂਟ ਦਾ ਇਨਵਰਸ। ਠੀਕ ਹੈ, ਅੱਗੇ ਲਿਖ ਲਓ ਮਾੜਾ ਜਿਹਾ ਇੱਕ ਪੁਆਇੰਟ ਲਿਖ ਲਓ ਲਾਸਟ 'ਚ, the instability constant, the instability constant, ਜਾਂ ਫਿਰ ਇਹਦਾ ਦੂਸਰਾ ਨਾਮ ਹੁੰਦਾ ਉਸ 'ਚ ਫਾਰਮ ਹੋ ਰਿਹਾ ਸੀ, ਇਸ 'ਚ ਡਿਸੋਸੀਏਟ ਹੋ ਰਿਹਾ। ਕਿਸੇ ਰਿਐਕਸ਼ਨ ਨੂੰ ਉਲਟਾ ਕਰਤਾ ਤਾਂ ਇੱਧਰ ਨੂੰ ਜਾਂਦੇ ਹੋਏ ਬਣ ਰਹੇ ਨੇ, ਤੇ ਜੇ ਮੈਂ ਉਲਟਾ ਲਿਖੂੰਗਾ ਤਾਂ ਉਹ ਟੁੱਟ ਰਹੇ ਹੋਣਗੇ। ਠੀਕ ਹੈ, ਦਾ ਇੰਸਟੇਬਿਲਿਟੀ ਕਾਂਸਟੈਂਟ ਔਰ ਡਿਸੋਸੀਏਸ਼ਨ ਕਾਂਸਟੈਂਟ, ਦਾ ਇੰਸਟੇਬਿਲਿਟੀ ਕਾਂਸਟੈਂਟ ਔਰ dissociation constant is the reciprocal of formation constant. The instability constant or dissociation constant is reciprocal of formation constant. ਤੁਸੀਂ ਨਾਲ ਹੀ ਲਿਖ ਵੀ ਸਕਦੇ ਹੋ, instability constant equals to 1 upon stability constant. Instability constant equals to 1 upon stability constant. न्यूमेरिकल नहीं आएगा, ज़्यादा टेंशन नहीं है। एनसीईआरटी भी एक अदा न्यूमेरिकली मैंशनड है, उस भी एक स्टेबिलिटी कांस्टेंट देता, इनस्टेबिलिटी पूछ लिया, तो बिल्कुल ही बच्चे वाला क्वेश्चन इन्वर्ट करता, उल्टा करता। नोट कर लो फटाफट। ठीक है, ਆਪਾਂ ਚੈਪਟਰ ਦੇ ਥੋੜੇ ਜਿਹੇ ਇੱਕ ਤਰ੍ਹਾਂ ਨਾਲ ਕਨਸੈਪਟ ਵਾਈਜ਼ ਇਹ ਸਭ ਤੋਂ ਲਾਸਟ ਟੌਪਿਕ ਸੀਗਾ। ਹੁਣ ਨਾ ਇੱਕ ਛੋਟਾ ਜਿਹਾ ਹੋਰ ਆ ਜਾਂਦਾ ਕਿ ਕੋਆਰਡੀਨੇਸ਼ਨ ਕੰਪਾਊਂਡ ਦੇ ਡੇਲੀ ਲਾਈਫ 'ਚ ਕੀ ਕੀ ਯੂਜ਼ਸ ਹੈ, ਕਿਹੜਾ ਕੋਆਰਡੀਨੇਸ਼ਨ ਕੰਪਾਊਂਡ ਕਿੱਥੇ ਯੂਜ਼ ਹੋ ਰਿਹਾ ਹੈ, ਇਹਨਾਂ ਦੀ ਐਪਲੀਕੇਸ਼ਨਸ ਕੀ ਹੈ। ਠੀਕ ਹੈ, ਤਾਂ ਮੈਂ ਤੁਹਾਨੂੰ 4-5 ਐਪਲੀਕੇਸ਼ਨਸ ਲਿਖਵਾ ਦਿੰਦਾ। ਉਹ ਥਿਓਰੈਟੀਕਲ ਕੁਐਸਚਨ ਆਏਗਾ ਸਿੱਧਾ ਸਿੱਧਾ। ਠੀਕ ਹੈ, ਉਹ ਸਕੂਲ ਦੇ ਅਕੋਰਡਿੰਗਲੀ ਚੱਲੇਗਾ, ਉਹ ਜ਼ਿਆਦਾਤਰ ਕਿਤੇ ਆਬਜੈਕਟਿਵ 'ਚ ਨਹੀਂ ਪੁੱਛਿਆ ਜਾਂਦਾ, ਬਹੁਤ ਰੇਅਰ। ਤਾਂ ਆਪਾਂ ਇਹਨਾਂ ਪਾਰਟ ਨੋਟ ਕਰਕੇ ਇੱਕ ਛੋਟਾ ਜਿਹਾ ਹੈਡਿੰਗ ਲਿਖ ਲਓ, एप्लीकेशंस ऑफ कोऑर्डिनेशन कंपाउंड। बस लिखने वाला टॉपिक है, फटाफट लिखते हैं इनू और चैप्टर खत्म करते हैं। हेडिंग लिख लो, एप्लीकेशंस ऑफ कोऑर्डिनेशन कंपाउंड। एप्लीकेशंस ऑफ कोऑर्डिनेशन कंपाउंड्स, यानी कि कोऑर्डिनेशन कंपाउंड का कित्थे कित्थे फायदा हुंदा है, या लैब च किहड़ी किहड़ी जगह यूज हुंदा है, की मेन पॉइंट्स ने। थोड़े जिहे पॉइंट्स ही लिखने, आप 4-5 पॉइंट्स लिखांगे। लिखो माड़ा जिहा पहला पॉइंट, इट इज यूज्ड इन, इट इज या दीज आर यूज्ड इन, इट इज गलत होएगा, इट इज तो कोई एक चीज होगी, दीज आर या कोऑर्डिनेशन कंपाउंड्स आर यूज्ड इन many quantitative, पहला पॉइंट, coordination compounds are used in many quantitative or qualitative chemical analysis. They are used in many qualitative or quantitative केमिकल एनालिसिस। जिवें मैं दस्सिया सीगा ना CFT ਦੇ ਅੰਦਰ
ਕਿ ਕੋਆਰਡੀਨੇਸ਼ਨ ਕੰਪਾਊਂਡ ਦਾ ਕੁਛ ਨਾ ਕੁਛ ਕਲਰ ਹੁੰਦਾ ਹੈ, ਕਿਉਂਕਿ ਇਹਨਾਂ ਦੇ ਅੰਦਰ ਇਨਰ ਡੀ ਟ੍ਰਾਂਜੀਸ਼ਨ ਹੁੰਦੀ ਹੈ। ਤਾਂ ਜਿਹੜਾ ਕਲਰ ਹੈ, ਕਲਰ ਇੱਕ ਤਰ੍ਹਾਂ ਨਾਲ ਕੋਆਰਡੀਨੇਸ਼ਨ ਕੰਪਾਊਂਡ ਦੀ ਪਹਿਚਾਣ ਹੈ ਕਿ ਆ ਫਲਾਣਾ ਕੋਆਰਡੀਨੇਸ਼ਨ ਕੰਪਾਊਂਡ ਇੱਕ ਖਾਸ ਤਰ੍ਹਾਂ ਦਾ ਕਲਰ ਸ਼ੋ ਕਰੇਗਾ। ਤਾਂ ਇਹ ਇੱਕ ਤਰ੍ਹਾਂ ਨਾਲ ਨਾ ਟੈਸਟ ਹੋ ਜਾਂਦਾ ਹੈ, ਜਿਵੇਂ ਤੁਸੀਂ ਲੈਬ 'ਚ ਟੈਸਟ ਕਰਦੇ ਹੋਵੋਗੇ ਸਾਲਟ ਐਨਾਲਿਸਿਸ ਦੇ, ਜਾਂ ਕੋਈ ਵੀ ਕਈ ਵਾਰ ਹੁਣ ਜਿਵੇਂ ਫੈਰਸ ਦੇ ਅਲੱਗ-ਅਲੱਗ ਟੈਸਟ ਹੈ। ਉਹ ਟੈਸਟ ਦਾ ਬੇਸਿਸ ਇਹ ਹੁੰਦਾ ਕਿ ਆਪਾਂ ਨੂੰ ਪਤਾ ਹੈ ਵੀ ਫੈਰਸ ਇਸ ਫਲਾਣੇ ਲਿਗੈਂਡ ਨਾਲ ਜੁੜ ਕੇ ਆਹ ਕਲਰ ਦਿਖਾਉਂਦਾ ਹੈ, ਹਨਾ। ਤਾਂ ਇਸ ਤਰ੍ਹਾਂ ਨਾਲ ਕਈ ਸਾਰੇ ਟੈਸਟ ਕੋਆਰਡੀਨੇਸ਼ਨ ਕੰਪਾਊਂਡ ਦੇ ਬੇਸਿਸ ਤੇ ਹੁੰਦੇ ਨੇ। ਆਪਾਂ ਸਾਰੇ ਟੈਸਟ ਪੜ੍ਹਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ, ਉਹ ਕੈਮਿਸਟਰੀ ਪ੍ਰੈਕਟੀਕਲਸ 'ਚ ਆਏਗਾ ਹੀ ਸਾਰਾ ਕੁਝ, ਤੁਹਾਨੂੰ ਉੱਥੇ ਵੀ ਯਾਦ ਕਰਨਾ ਪਏਗਾ। ਸੈਕਿੰਡ ਪੁਆਇੰਟ ਲਿਖੋ, ਹਾਰਡਨੈਸ ਆਫ ਵਾਟਰ, hardness of water is estimated, hardness of water is estimated by titration, by titration with Na2 EDTA। Na2 EDTA ਹਾਰਡਨੈਸ ਯਾਦ ਹੈ ਨਾ, ਪਾਣੀ ਕਿਹੜਾ ਹੁੰਦਾ ਹਾਰਡ ਵਾਟਰ, ਜਿਹਦੇ ਅੰਦਰ ਕੈਲਸ਼ੀਅਮ ਔਰ ਮੈਗਨੀਸ਼ੀਅਮ ਦੇ ਆਇਨਸ ਹੋਣ। ਹੁਣ ਆਪਾਂ ਕੀ ਕਰਦੇ ਹਾਂ, ਕੋਈ ਹਾਰਡ ਵਾਟਰ ਦੀ ਹਾਰਡਨੈਸ ਚੈੱਕ ਕਰਨੀ ਹੈ ਕਿ ਇਸ 'ਚ ਕੈਲਸ਼ੀਅਮ ਔਰ ਮੈਗਨੀਸ਼ੀਅਮ ਕਿੰਨੇ ਕੁ ਜ਼ਿਆਦਾ ਪ੍ਰੈਜ਼ੈਂਟ ਹੈ, ਤਾਂ ਆਪਾਂ ਉਹਦੇ ਅੰਦਰ ਆਹ ਵਾਲਾ ਕੰਪਾਊਂਡ ਪਾ ਦਿੰਦੇ ਹਾਂ Na2 EDTA। EDTA ਲਿਗੈਂਡ ਹੁੰਦਾ ਇੱਕ, ਹੈ ਨਾ। ਤਾਂ EDTA ਲਿਗੈਂਡ ਕੀ ਕਰਦਾ ਹੈ, ਕੈਲਸ਼ੀਅਮ ਔਰ ਮੈਗਨੀਸ਼ੀਅਮ ਦੇ ਨਾਲ ਜਾ ਕੇ ਕੋਆਰਡੀਨੇਸ਼ਨ ਕੰਪਾਊਂਡ ਬਣਾ ਲੈਂਦਾ। ਤਾਂ ਜਿੰਨਾ ਕੋਆਰਡੀਨੇਸ਼ਨ ਕੰਪਾਊਂਡ ਦੀ ਅਮਾਊਂਟ ਬਣਦੀ ਹੈ, ਜਿੰਨੀ ਉਹਦੀ ਕੁਆਂਟੀਟੀ ਬਣਦੀ ਹੈ, ਉਹਦੇ ਹਿਸਾਬ ਨਾਲ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਵੀ ਪਾਣੀ ਦੇ ਅੰਦਰ ਕਿੰਨਾ ਕੁ ਜ਼ਿਆਦਾ ਕੈਲਸ਼ੀਅਮ ਔਰ ਮੈਗਨੀਸ਼ੀਅਮ ਪ੍ਰੈਜ਼ੈਂਟ ਹੈ। ਤਾਂ ਪਾਣੀ ਕਿੰਨਾ ਕੁ ਹਾਰਡ ਹੈ ਉਹ ਅੰਦਾਜ਼ਾ ਲੱਗਦਾ ਹੈ। ਠੀਕ ਹੈ, ਇਹਦੇ ਨਾਲ ਭਾਵੇਂ ਲਿਖ ਵੀ ਲਓ, the Ca+2 and Mg+2 ions, the calcium+2 and Mg+2 ions form stable complexes with EDTA। Stable complexes with EDTA। नेक्स्ट पॉइंट लिखो, थर्ड पॉइंट, some important extraction of metals, some important extraction of metals like gold and silver some important extractions of metal like gold and silver are based on are based on the coordination compound are based on their ability to form coordination compounds। ਐਵੇਂ ਲਿਖ ਲਓ, are based on their ability to form coordination compounds। ਅਗੇਨ ਜਿਵੇਂ ਮੈਂ ਦੱਸਿਆ ਵੀ ਕਈ ਵਾਰੀ 골ਡ ਔਰ ਸਿਲਵਰ ਨੂੰ ਐਕਸਟਰੈਕਟ ਕਰਨਾ ਹੁੰਦਾ ਹੈ, ਕਿਸੇ ਚੀਜ਼ ਚੋਂ ਬਾਹਰ ਕੱਢਣਾ ਹੁੰਦਾ ਹੈ, ਤਾਂ ਉੱਥੇ ਆਪਾਂ ਕੋਈ ਐਵੇਂ ਦੇ ਲਿਗੈਂਡਸ ਪਾ ਦਿੰਦੇ ਆ ਜਿਹਦੇ ਨਾਲ 골ਡ ਜਾਂ ਸਿਲਵਰ ਕੋਆਰਡੀਨੇਸ਼ਨ ਕੰਪਾਊਂਡ ਬਣਾ ਲੇ। ਤਾਂ 골ਡ ਸਿਲਵਰ ਆਪਣਾ ਕੋਆਰਡੀਨੇਸ਼ਨ ਕੰਪਾਊਂਡ ਬਣਾ ਲੈਂਦਾ ਹੈ, ਅਲੱਗ ਹੋ ਜਾਂਦਾ ਹੈ, ਉਹਨੂੰ ਆਪਾਂ ਫਿਰ ਛਾਂਟ ਲੈਂਦੇ ਆ, ਫਿਰ ਕੋਆਰਡੀਨੇਸ਼ਨ ਕੰਪਾਊਂਡ ਨੂੰ ਵਾਪਸ 골ਡ ਕੱਢ ਲੈਂਦੇ ਆ। ਠੀਕ ਹੈ ਨਾ। ਤਾਂ ਜਿਹੜਾ ਮੈਟਲਰਜੀ ਹੈ, ਮੈਟਲਰਜੀ ਜਿੱਥੇ ਮੈਟਲ ਨੂੰ ਜ਼ਮੀਨ ਚੋਂ ਕੱਢਣਾ ਹੈ, ਜਿੱਥੇ ਹੋਰ ਕੰਪਾਊਂਡਸ ਦੇ ਵਿੱਚੋਂ ਮੈਟਲ ਨੂੰ ਅਲੱਗ ਕਰਨਾ ਹੈ, ਐਵੇਂ ਦੇ ਚੀਜ਼ਾਂ ਦੇ ਅੰਦਰ ਕੋਆਰਡੀਨੇਸ਼ਨ ਕੰਪਾਊਂਡ ਬਹੁਤ ਕੰਮ ਕਰਦੇ ਨੇ। ਠੀਕ ਹੈ, ਹੁਣ ਜਿਵੇਂ ਜਿਹੜਾ 골ਡ ਹੈ, 골ਡ ਨੂੰ ਕਿਸੇ ਚੀਜ਼ ਚੋਂ ਆਪਾਂ ਬਾਹਰ ਕੱਢਣਾ ਤਾਂ ਆਪਾਂ ਉਹ 'ਚ ਨਾ ਸਾਇਨਾਈਡ ਪਾ ਦਿੰਦੇ ਹਾਂ। ਸਾਇਨਾਈਡ ਦੇ ਨਾਲ ਕੀ ਹੁੰਦਾ, 골ਡ ਔਰ ਸਾਇਨਾਈਡ ਮਿਲ ਕੇ ਕੋਆਰਡੀਨੇਸ਼ਨ ਕੰਪਾਊਂਡ ਬਣਾ ਲੈਂਦੇ ਨੇ। ਫਿਰ ਆਪਾਂ ਜਿਹੜਾ ਕੋਆਰਡੀਨੇਸ਼ਨ ਕੰਪਾਊਂਡ ਬਣਿਆ ਉਹਨੂੰ ਬਾਕੀ ਚੀਜ਼ ਦੇ ਵਿੱਚੋਂ ਸੈਪਰੇਟ ਕਰਨਾ ਬਹੁਤ ਈਜ਼ੀ ਹੁੰਦਾ ਹੈ। ਠੀਕ ਹੈ ਨਾ। ਆਪਣਾ ਜਿਹੜਾ ਚੈਪਟਰ ਨੰਬਰ 6 ਹੈ ਮੈਟਲਰਜੀ, ਉਹ ਸਾਰਾ ਕੁਝ ਇਸੀ ਚੀਜ਼ ਤੇ ਹੈ ਵੀ ਕਿਵੇਂ ਕਿਸੇ ਮੈਟਲ ਨੂੰ ਅਲੱਗ ਕਰਨਾ ਹੁੰਦਾ ਹੈ, ਉਹ ਸਾਰਾ ਕੁਝ ਇਹੀ ਬੇਸਿਸ ਤੇ ਹੈ। ਠੀਕ ਹੈ ਜੀ, ਅੱਗੇ ਲਿਖੋ,
नेक्स्ट पॉइंट लिखो, बायोलॉजिकल इंपॉर्टेंस। इते ते आए हुए ने क्वेश्चन ਵੀ ਕੋਆਰਡੀਨੇਸ਼ਨ ਕੰਪਾਊਂਡ ਬਾਇਓਲੋਜੀ ਯਾਨੀ ਕਿ ਹਿਊਮਨ ਬੋਡੀ, ਪਲਾਂਟ ਬੋਡੀ, ਐਨੀਮਲ ਬੋਡੀ, ਇਹਨਾਂ 'ਚ ਕਿੱਥੇ ਕੰਮ ਕਰਦੇ ਨੇ? ਤਾਂ ਬਾਇਓਲੋਜੀਕਲ ਇੰਪੋਰਟੈਂਸ ਐਪਲੀਕੇਸ਼ਨ ਦੇ ਅੰਦਰ ਹੀ ਹੈ, ਬਸ ਪੁਆਇੰਟ ਦਾ ਹੈਡਿੰਗ ਹੈ ਬਾਇਓਲੋਜੀਕਲ ਇੰਪੋਰਟੈਂਸ। ਇਹਦੇ ਅੰਦਰ 3-4 ਪੁਆਇੰਟਸ ਹੀ ਲਿਖਣੇ ਨੇ, ਜਿਵੇਂ ਕਲੋਰੋਫਿਲ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਹਨਾ, ਗ੍ਰੀਨ ਪਿਗਮੈਂਟ ਜਿਹੜਾ ਹੁੰਦਾ ਕਲੋਰੋਫਿਲ ਪਲਾਂਟਸ ਦੇ ਅੰਦਰ ਹੁੰਦਾ ਹੈ। ਕਲੋਰੋਫਿਲ ਵੀ ਇੱਕ ਕੋਆਰਡੀਨੇਸ਼ਨ ਕੰਪਾਊਂਡ ਹੈ ਮੈਗਨੀਸ਼ੀਅਮ ਦਾ, ਠੀਕ ਹੈ ਨਾ। ਹੀਮੋਗਲੋबिन ਦੇ ਅੰਦਰ ਵੀ ਕੋਆਰਡੀਨੇਸ਼ਨ ਕੰਪਾਊਂਡ ਹੁੰਦੇ ਨੇ, ਵਿਟਾਮਿਨਸ ਦੇ ਅੰਦਰ ਵੀ ਕੋਆਰਡੀਨੇਸ਼ਨ ਕੰਪਾਊਂਡ ਹੁੰਦੇ ਨੇ। ਤਾਂ ਕੋਆਰਡੀਨੇਸ਼ਨ ਕੰਪਾਊਂਡ ਦਾ ਆਪਣੀ ਬੋਡੀ ਵਾਸਤੇ, ਪਲਾਂਟ ਬੋਡੀ ਵਾਸਤੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤਾਂ ਇਹਦੇ ਬਸ ਇਸੇ ਤਰ੍ਹਾਂ ਆਪਾਂ ਪੁਆਇੰਟਸ ਲਿਖਣੇ ਨੇ। ਬਾਇਓਲੋਜੀਕਲ ਇੰਪੋਰਟੈਂਸ ਦੇ ਅੰਦਰ ਲਿਖੋ, chlorophyll is a coordination compound of magnesium. Chlorophyll is a coordination compound of magnesium. आगे लिख लो, hemoglobin is a coordination compound of iron. Hemoglobin is a coordination compound of iron. ठीक है, आगे लिखो, विटामिन B12 is a coordination compound of cobalt. ठीक है, विटामिन B12 is a coordination compound of cobalt. नाड़ी लिख लो, some enzymes like carboxypeptidase, स्पेलिंग देख लो, carboxypeptidase, some enzymes like carboxypeptidase and carbonic anhydrase, carboxypeptidase and carbonic anhydrase, ਇਹ ਕੁਝ enzymes हैं ਜਿਹੜੀਆਂ coordination compounds ਹੀ ਹੁੰਦੀਆਂ ਨੇ, are also coordination compounds. are also coordination compounds. नेक्स्ट पॉइंट लिखो, कोऑर्डिनेट ਹੁਣ ਬਾਇਓਲੋਜੀਕਲ ਇੰਪੋਰਟੈਂਸ ਵਾਲੇ ਇਹੀ 3-4 ਪੁਆਇੰਟ ਸੀਗੇ, ਠੀਕ ਹੈ। ਨੈਕਸਟ ਲਿਖੋ, ਬਾਇਓਲੋਜੀਕਲ ਇੰਪੋਰਟੈਂਸ ਵਾਲਾ ਕੁਐਸਚਨ ਪਹਿਲਾਂ ਕਈ ਵਾਰ ਆ ਚੁੱਕਿਆ ਹੈ, ਤਾਂ ਮੈਂ ਬਾਰ-ਬਾਰ ਇਹ ਤੇ ਸਟ੍ਰੈਸ ਕਰ ਰਿਹਾ ਵੀ ਕੋਆਰਡੀਨੇਸ਼ਨ ਕੰਪਾਊਂਡ ਦੀ ਬਾਇਓਲੋਜੀਕਲ ਇੰਪੋਰਟੈਂਸ ਲਿਖੋ। ਐਵੇਂ ਇਸ ਟਰਮ 'ਚ ਤੁਹਾਡੇ ਸਕੂਲ 'ਚ ਵੀ ਆ ਜਾਂਦਾ ਬਹੁਤ ਆਰਾਮ ਨਾਲ, ਤਾਂ ਇਹ ਧਿਆਨ ਰੱਖਣਾ ਥੋੜਾ ਜਿਹਾ। ਨੈਕਸਟ ਪੁਆਇੰਟ ਲਿਖੋ, ਹੁਣ ਬਾਇਓਲੋਜੀਕਲ ਤੋਂ ਬਾਹਰ ਨਿਕਲ ਕੇ, ਦੇ ਆਰ ਆਲਸੋ ਯੂਜ਼ਡ ਐਜ਼ ਕੈਟਾਲਿਸਟ, they are also used as catalyst. For example, a complex of rhodium, for example, a complex of rhodium, केड़ा कॉम्प्लेक्स है, कॉम्प्लेक्स लिख लो, फिनाइल थ्राइस फॉस्फोरस है, इत्थे सारे दा थ्राइस है, ठीक है। फिर रोडियम है, फिर क्लोराइड है। फॉर एग्जाम्पल, अ कॉम्प्लेक्स ऑफ रोडियम is used in a complex of rhodium is used in hydrogenation of alkenes. A complex of rhodium is used in hydrogenation of alkenes. Hydrogenation of alkenes. Next point लिखो,
लिख लो थोड़ा जिहा, 2 ही पॉइंट रह गए बस, लास्ट है ये, फिर अपना चैप्टर खत्म होएगा आराम नाल, फिर ਆਪਾਂ नवा चैप्टर कल तो स्टार्ट करांगे। लिखो माड़ा जा, इन ब्लैक एंड वाइट फोटोग्राफी in black and white photography, the film is fixed. Film is fixed by washing with hypo solution, by washing with hypo solution, which dissolves which dissolves undecomposed AGBR which dissolves undecomposed AGBR to form देख लो कंपाउंड बना रहा मैं AgS2O thrice 2 3 माइनस। तो ਜਿਹੜੀ ਫਿਲਮ ਹੈ ਜਿਵੇਂ ਫੋਟੋਗ੍ਰਾਫੀ 'ਚ ਜਿਹੜੀ ਫਿਲਮ ਹੁੰਦੀ ਹੈ ਫੋਟੋਗ੍ਰਾਫੀ ਫਿਲਮ, ਉਹਨੂੰ ਜਦੋਂ ਸੋਲਿਊਸ਼ਨ 'ਚ ਧੋਂਦੇ ਆ ਤਾਂ ਜਿਹੜਾ AgBr ਯੂਜ਼ ਹੁੰਦਾ ਹੈ ਉਹ ਇਸ ਤਰ੍ਹਾਂ ਨਾਲ ਕੋਆਰਡੀਨੇਸ਼ਨ ਕੰਪਾਊਂਡ ਬਣ ਕੇ ਬਾਹਰ ਨਿਕਲ ਜਾਂਦਾ ਹੈ। ਇਹ ਤੋਂ ਛੋਟੇ ਛੋਟੇ ਕੁਐਸਚਨ ਬਣ ਜਾਂਦੇ ਨੇ, ਠੀਕ ਹੈ, ਤਾਂ ਧਿਆਨ ਰੱਖਣਾ ਹੈ। ਲਾਸਟ ਲਿਖੋ ਮੈਡੀਸਿਨਲ ਇੰਪੋਰਟੈਂਸ। ਬਹੁਤ ਸਾਰੀਆਂ ਇੱਦਾਂ ਦੀਆਂ ਦਵਾਈਆਂ ਨੇ ਜਿਹੜੀਆਂ ਕੋਆਰਡੀਨੇਸ਼ਨ ਕੰਪਾਊਂਡ ਤੋਂ ਬਣਦੀਆਂ ਨੇ। 2-3 ਚੀਜ਼ਾਂ ਲਿਖਣੀਆਂ ਨੇ ਆਪਾਂ ਨੇ, ਜ਼ਿਆਦਾ ਨਹੀਂ। ਲਾਸਟ ਲਿਖੋ, ਜਿਵੇਂ ਬਾਇਓਲੋਜੀਕਲ ਇੰਪੋਰਟੈਂਸ ਸੀਗਾ ਉਵੇਂ ਮੈਡੀਸਿਨਸ 'ਚ ਕੋਆਰਡੀਨੇਸ਼ਨ ਕੰਪਾਊਂਡ ਦੀ ਕੀ ਇੰਪੋਰਟੈਂਸ ਹੈ। ਤਾਂ ਲਾਸਟ ਪੁਆਇੰਟ ਹੈ ਮੈਡੀਸਿਨਲ ਇੰਪੋਰਟੈਂਸ। ਇਸ ਲਿਖੋ पहला पॉइंट, EDTA is used in treatment of lead poisoning. EDTA is used in treatment of lead poisoning. Second लिखो, some coordination compound of platinum are used to stop the growth of tumors, Third point लिख लो, the excess of copper and iron toxins in plants are removed by formation of coordination compounds with some chelating ligands. Are removed by formation of coordination compounds with some chelating, CHELATING, chelating ligands. With some chelating ligands. ठीक है जी। ਇਹਦੇ ਅੰਦਰ ਜਿੱਥੇ ਪਲੈਟੀਨਮ ਵਾਲਾ ਪੁਆਇੰਟ ਸੀਗਾ ਨਾ, ਜਿਹੜਾ ਸੈਕੰਡ ਪੁਆਇੰਟ ਸੀਗਾ ਵੀ ਕੁਝ ਪਲੈਟੀਨਮ ਦੇ ਕੰਪਾਊਂਡਸ ਹੁੰਦੇ ਨੇ ਜਿਹੜੇ ਟਿਊਮਰਸ ਨੂੰ ਰੋਕਦੇ ਨੇ, ਪਲੈਟੀਨਮ ਦੇ ਕੋਆਰਡੀਨੇਸ਼ਨ ਕੰਪਾਊਂਡ, ਉਹਦੇ ਨਾਲ ਬ੍ਰੈਕਟ 'ਚ ਲਿਖ ਲਓ ਐਗਜ਼ਾਮਪਲ ਸਿਸ ਪਲੈਟਿਨ। ਕਈ ਵਾਰ ਨਾਮ ਆ ਜਾਂਦਾ ਹੈ ਕਿ ਕੋਈ ਇਹੋ ਜਿਹਾ ਕੋਆਰਡੀਨੇਸ਼ਨ ਕੰਪਾਊਂਡ ਲਿਖੋ ਪਲੈਟੀਨਮ ਦਾ ਜਿਹੜਾ ਟਿਊਮਰ ਨੂੰ ਰੋਕਦਾ ਹੈ,
ਤਾਂ ਐਗਜ਼ਾਮਪਲ 'ਚ ਲਿਖ ਲਓ ਸਿਜ਼ਪਲੈਟਿਨ, ਕਾਮਨ ਨੇਮ ਹੈ ਕੰਪਾਊਂਡ ਦਾ ਸਿਜ਼ਪਲੈਟਿਨ, ਜਿਹਦੇ ਪਲੈਟੀਨਮ ਵਾਲਾ ਪੁਆਇੰਟ ਹੈ, ਸੈਕਿੰਡ ਪੁਆਇੰਟ ਹੈ ਇਹਦੇ ਅੰਦਰ ਹੀ ਸਿਜ਼ਪਲੈਟਿਨ। ਠੀਕ ਹੈ ਜੀ, ਇਹਦੇ ਨਾਲ ਹੀ ਸਾਡਾ ਕੋਆਰਡੀਨੇਸ਼ਨ ਕੰਪਾਊਂਡ ਚੈਪਟਰ ਖਤਮ ਹੁੰਦਾ ਹੈ। ਕੋਸ਼ਿਸ਼ ਕਰੋ ਇਹਦੇ NCERT ਕੁਐਸਚਨਸ ਕੰਪਲੀਟ ਕਰ ਲਓ ਸਾਰੇ ਦੇ ਸਾਰੇ, 32 ਕੁਐਸਚਨਸ ਨੇ। ਠੀਕ ਹੈ, ਇਹ ਲੈਕਚਰ ਵੀ ਈਵਨਿੰਗ 'ਚ YouTube ਤੇ ਅਪਲੋਡ ਹੋ ਜਾਏਗਾ, ਤਾਂ ਅਗਰ ਕਿਸੇ ਦਾ ਕੁਝ ਪੈਂਡਿੰਗ ਹੈ ਤਾਂ ਤੁਸੀਂ YouTube ਤੋਂ ਵੀ ਦੇਖ ਸਕਦੇ ਹੋ। ਬਾਕੀ ਆਪਾਂ ਕੱਲ ਨਵਾਂ ਚੈਪਟਰ ਸਟਾਰਟ ਕਰਦੇ ਹਾਂ ਜੀ। ਅਗਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਮੈਨੂੰ ਮੈਸੇਜ ਕਰ ਦਿਓ, ਫਿਰ ਉਹਦੇ ਡਾਊਟਸ ਕਰਦੇ ਹਾਂ। ਥੈਂਕ ਯੂ ਸੋ ਮਚ।